गुड मॉर्निंग स्टूडेंट्स, मैं आशिम मित्तल ब्रेन मेकर कोचिंग क्लासेस ਦੇ ਇਸ ਆਨਲਾਈਨ ਪਲੇਟਫਾਰਮ ਤੇ ਤੁਹਾਡਾ ਸਵਾਗਤ ਕਰਦਾ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਪਾਂ ਜਿਹੜਾ ਹੈ ਐਨਟੀਟੀ ਦੇ ਰਿਗਾਰਡਿੰਗ ਜਿਹੜਾ ਹੈ ਲੈਕਚਰਸ ਪ੍ਰਿਪੇਅਰ ਕਰ ਰਹੇ ਹਾਂ। ਤਾਂ ਅੱਜ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਕਰ ਰਹੇ ਹਾਂ ਆਪਾਂ, ਜਿਹੜਾ ਕਿ ਹੈ ਚਿਲਡਰਨ ਵਿਦ ਸਪੈਸ਼ਲ ਨੀਡਸ। ਦੇਖੋ ਇਹ ਜਿਹੜਾ ਟੌਪਿਕ ਹੈ ਤੁਹਾਡੇ ਐਨਟੀਟੀ ਸਟੂਡੈਂਟਸ, ਸੀਟੈਟ ਸਟੂਡੈਂਟਸ, ਪੀਟੈਟ ਸਟੂਡੈਂਟਸ, ठीक है, रीड स्टूडेंट्स, यूजीसी नेट सारे स्टूडेंट्स ਦੇ ਲਈ ਇੰਪੋਰਟੈਂਟ ਹੈ ਕਿਉਂਕਿ ਉਹਨਾਂ ਸਾਰਿਆਂ ਦੇ ਸਿਲੇਬਸ ਦੇ ਵਿੱਚ ਇਸ ਟੌਪਿਕ ਜਿਹੜਾ ਹੈਗਾ ਉਹ ਹੈ, ਉਹਦੇ ਨਾਲ ਰਿਲੇਟਡ ਕੁਐਸਚਨਸ ਤੁਹਾਨੂੰ ਆਉਂਦੇ ਆ। ਤਾਂ ਸਾਰੇ ਸਟੂਡੈਂਟ ਜਿਹੜੇ ਹੈਗੇ ਬੇਸਿਕਲੀ ਆਪਾਂ ਗੱਲ ਜ਼ਰੂਰ ਐਨਟੀਟੀ ਦੀ ਕਰ ਰਹੇ ਹਾਂ, ਪਰ ਇਸ ਟੌਪਿਕ ਦਾ ਬੈਨੀਫਿਟ ਅਦਰਸ ਜਿਵੇਂ ਸੀਟੈਟ ਪੀਟੈਟ ਵਾਲੇ ਸਟੂਡੈਂਟਸ ਨੂੰ ਵੀ ਹੋਏਗਾ। ਤਾਂ ਪਲੀਜ਼ ਇਹਨੂੰ ਧਿਆਨ ਨਾਲ ਸਮਝੋ। ਆਪਾਂ ਟੌਪਿਕ ਕਰ ਰਹੇ ਹਾਂ ਚਿਲਡਰਨ ਵਿਦ ਸਪੈਸ਼ਲ ਨੀਡਸ। चिल्ड्रन विद स्पेशल मतलब वो किहड़े ਆਪਾਂ ਬੱਚਿਆਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਸਪੈਸ਼ਲ ਲੋਡ ਹੈ, ਠੀਕ ਹੈ, ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮਸ ਹੈ ਜਾਂ ਜਿਹੜਾ ਨੂੰ ਨੀਡਸ ਹੈ ਕੋਈ। ਦੂਸਰੀ ਗੱਲ ਦੇਖੋ, ਹੁਣ ਮੈਂ ਵਰਡ ਯੂਜ਼ ਕੀਤਾ ਪ੍ਰੋਬਲਮ, ਮੈਂ ਕੀ ਯੂਜ਼ ਕੀਤਾ ਪ੍ਰੋਬਲਮਡ ਚਾਈਲਡ, ਠੀਕ ਹੈ, ਜਾਂ ਪ੍ਰੋਬਲਮ ਚਾਈਲਡ, ਜਿਹੜੇ ਬੱਚੇ ਜਿਨ੍ਹਾਂ ਬੱਚਿਆਂ ਨੂੰ ਪ੍ਰੋਬਲਮ ਹੈ। ਪਰ ਸਾਈਕੋਲੋਜੀ ਦੇ ਵਿੱਚ ਯਾਦ ਰੱਖਿਓ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਕਦੇ ਵੀ ਕਿਸੇ ਵੀ ਬੱਚੇ ਨੂੰ ਪ੍ਰੋਬਲਮ ਚਾਈਲਡ ਨਹੀਂ ਬੋਲਣਾ, ਤੁਸੀਂ ਵੀ ਕਿਸੇ ਵੀ ਬੱਚੇ ਨੂੰ ਡਿਸੇਬਲਡ ਚਾਈਲਡ ਨਹੀਂ ਬੋਲਣਾ, ਠੀਕ ਹੈ ਨਾ। ਕਿਸੇ ਨੂੰ ਵੀ ਤੁਸੀਂ ਡਿਸੇਬਲਡ ਚਾਈਲਡ ਨਹੀਂ ਬੋਲਣਾ। ਕਿਉਂ ਨਹੀਂ ਬੋਲਣਾ ਡਿਸੇਬਲਡ ਚਾਈਲਡ? ਕਿਉਂ? ਕਿਉਂਕਿ ਇਹਨਾਂ ਦਾ ਮੰਨਣਾ ਹੈਗਾ ਕਿ ਜਦੋਂ ਵੀ ਆਪਾਂ ਕਿਸੇ ਬੱਚੇ ਨੂੰ ਡਿਸੇਬਲ ਕਹਿ ਰਹੇ ਹਾਂ, ਇਹਨਾਂ ਦਾ ਮੰਨਣਾ ਹੈ ਕਿ ਜਦੋਂ ਵੀ ਅਸੀਂ ਕਿਸੇ ਬੱਚੇ ਨੂੰ ਜਿਹੜਾ ਹੈਗਾ ਅਬਨੋਰਮਲ ਕਹਿ ਰਹੇ ਹਾਂ, ਡਿਸੇਬਲਡ ਕਹਿ ਰਹੇ ਹਾਂ, ਜਾਂ ਆਪਾਂ ਕਹਿ ਰਹੇ ਹਾਂ ਪ੍ਰੋਬਲਮਡ ਚਾਈਲਡ, ਤਾਂ ਦੈਟ ਮੀਨਸ ਆਪਾਂ ਕੀ ਕਰ ਰਹੇ ਹਾਂ, ਆਪਾਂ ਬੱਚੇ ਨੂੰ ਕਿਤੇ ਨਾ ਕਿਤੇ ਨੈਗੇਟਿਵਿਟੀ ਨਾਲ ਜੋੜ ਰਹੇ ਹਾਂ। ਕੀ ਕਰ ਰਹੇ ਹਾਂ? ਕਿਤੇ ਨਾ ਕਿਤੇ ਨੈਗੇਟਿਵਿਟੀ ਨਾਲ ਵੀ ਅਸੀਂ ਜੋੜ ਰਹੇ ਹਾਂ, ਠੀਕ ਹੈ। ਤੇ ਸਾਈਕੋਲੋਜੀ ਜਿਹੜੀ ਹੈਗੀ ਹੈ, ਜਿਹੜਾ ਸਾਈਕੋਲੋਜੀ ਦਾ ਸਬਜੈਕਟ ਹੈ, ਇਹ ਨੈਗੇਟਿਵਿਟੀ ਨੂੰ ਬਿਲਕੁਲ ਕੀ ਕਰਦਾ ਹੈ? ਨਿਗਲੈਕਟ ਕਰਦਾ ਹੈ। ਕੀ ਕਰਦਾ ਹੈ? ਬਿਲਕੁਲ ਨਿਗਲੈਕਟ ਕਰਦਾ ਹੈ। ਇਹਦੇ ਵਿੱਚ ਨੈਗੇਟਿਵਿਟੀ ਮਤਲਬ ਇਹ ਹੋ ਨਹੀਂ ਸਕਦਾ, ਠੀਕ ਹੈ, ਇਹ ਹੋਵੇਗਾ ਨਹੀਂ, ਇਹ ਸ਼ਬਦਾਂ ਦਾ ਇਹਦੇ ਵਿੱਚ ਕੋਈ ਮਤਲਬ ਨਹੀਂ। ਤਾਂ ਇਸ ਕਰਕੇ ਇਹ ਕੀ ਬੋਲਦੇ ਆ ਸਾਈਕੋਲੋਜਿਸਟ, ਕੀ ਕਹਿੰਦੇ ਆ? ਕਹਿੰਦੇ ਤੁਸੀਂ ਕਿਸੇ ਨੂੰ ਵੀ ਅਬਨੋਰਮਲ ਨਾ ਕਹੋ, ਤੁਸੀਂ ਉਹਨਾਂ ਨੂੰ ਕੀ ਬੋਲੋ? ਸਪੈਸ਼ਲ ਬੋਲੋ। ਕੀ ਬੋਲੋ? ਵਰਡ ਕਿਹੜਾ ਵਰਡ ਯੂਜ਼ ਕਰੋ ਉਹਦੇ ਲਈ? ਅਬਨੋਰਮਲ ਦੀ ਜਗ੍ਹਾ ਤੇ ਵਰਡ ਯੂਜ਼ ਕੀ ਕਰਨਾ ਹੈ? ਸਪੈਸ਼ਲ ਚਾਈਲਡ ਜਾਂ ਸਪੈਸ਼ਲ ਨੀਡਸ ਚਾਈਲਡ। ਮਤਲਬ ਬੱਚਿਆਂ ਦੇ ਵਿੱਚ ਅਬਿਲਿਟੀਜ਼ ਹੈ, ਸਪੈਸ਼ਲ ਆਪਾਂ ਬੋਲਾਂਗੇ, ਠੀਕ ਹੈ। ਜਾਂ ਤੁਸੀਂ ਕੀ ਬੋਲੋ? ਡਿਫਰੈਂਟਲੀ ਏਬਲਡ, ਜਾਂ ਕੀ ਬੋਲੋ? ਡਿਫਰੈਂਟਲੀ ਏਬਲਡ, ਜਾਂ ਕੀ ਬੋਲੋ? ਡਿਫਰੈਂਟ ਫਰੋਮ ਅਦਰਸ। ਸਮਝ ਗਏ? ਤਾਂ ਇਹ ਸਾਰੇ ਨਾਮ ਉਹਨਾਂ ਨੇ ਬੋਲਣ ਨੂੰ ਕਿਹਾ। ਕਿਉਂ? ਕਿਉਂਕਿ ਇਹਦਾ ਮਤਲਬ ਕੀ ਹੋਏਗਾ? ਆਪਾਂ ਉਹੀ ਗੱਲ ਨੂੰ ਜਿਹੜਾ ਹੈਗਾ ਆਪਾਂ ਉਹੀ ਗੱਲ ਨੂੰ ਪੋਜ਼ਿਟਿਵ ਲਿਆ। ਹੁਣ ਇਹਦਾ ਮਤਲਬ ਕੀ ਹੋਏਗਾ ਕਿ ਬੱਚੇ ਦੇ ਵਿੱਚ ਅਬਿਲਿਟੀਆਂ ਹੈਗੀਆਂ, ਨੋ ਡਾਊਟ ਬੱਚੇ ਦੇ ਵਿੱਚ ਅਬਿਲਿਟੀਜ਼ ਹੈਗਾ। ਜਦੋਂ ਮੈਂ ਕਹਿ ਰਿਹਾ ਡਿਫਰੈਂਟਲੀ ਏਬਲਡ, ਤੇ ਮਤਲਬ ਅਬਿਲਿਟੀ ਬੱਚੇ ਵਿੱਚ ਹੈ ਪਰ ਮੇਰੇ ਤੋਂ ਹਟ ਕੇ ਹੈ, किसी दूसरे पर्सन तो हट के एबिलिटीज है, तो वो क्या होगा? डिफरेंटली एबल्ड, ठीक है। डिफरेंटली एबल्ड, स्पेशल बोल दो, कुछ भी, पर अपन डिसेबल, ठीक है ना, प्रॉब्लम, इन्ना वर्ड्स ਦਾ ਯੂਜ਼ ਨਹੀਂ ਕਰਨਾ ਸਾਈਕੋਲੋਜੀ। ਹੁਣ ਤੁਹਾਨੂੰ ਦੇਖੋ ਕੱਲਾ ਟੌਪਿਕ ਨਹੀਂ ਸਮਝਣਾ, ਤੁਸੀਂ ਕੁਐਸਚਨਸ ਵੀ ਨਾਲ ਸਮਝ ਚੱਲੋ। ਹੁਣ ਤੁਹਾਨੂੰ ਇਹਦੇ ਵਿੱਚ ਜਦੋਂ ਤੁਹਾਨੂੰ ਮੰਨ ਲਓ ਕੋਈ ਕੁਐਸਚਨ ਆਇਆ, ਕੁਝ ਵੀ, ਕਿ ਅਬਨੋਰਮਲ ਚਾਈਲਡ ਕਿਹੜਾ ਹੁੰਦਾ ਹੈ, ਡਿਸੇਬਲਡ ਕਿਹੜਾ ਹੁੰਦਾ ਹੈ, ਆਪਸ਼ਨ ਏ, ਆਪਸ਼ਨ ਬੀ, ਆਪਸ਼ਨ ਸੀ, ਆਪਸ਼ਨ ਡੀ, ਤੁਹਾਨੂੰ ਚਾਰ ਆਪਸ਼ਨ ਆਏ, ਠੀਕ ਹੈ। ਤਾਂ ਤੁਸੀਂ ਨਾਲ ਦੀ ਨਾਲ ਦੇਖ ਲਿਓ ਕਿ ਜਿਹੜੀ ਆਪਸ਼ਨ ਦੇ ਵਿੱਚ ਉਹਨਾਂ ਨੇ ਨੈਗੇਟਿਵ ਗੱਲ ਕੀਤੀ ਹੋਈ, ਜਿਹੜੀ ਆਪਸ਼ਨ ਦੇ ਵਿੱਚ ਉਹਨਾਂ ਨੂੰ ਲੱਗਦਾ ਹੋਇਆ ਕਿ ਇਹ ਨਿਗਲੈਕਟ ਕਰ ਰਿਹਾ ਬੱਚੇ ਨੂੰ, ਇਹ ਕਹਿੰਦਾ ਪਿਆ ਬੱਚੇ ਨੂੰ ਜਿਹੜਾ ਹੈਗਾ ਸੈਪਰੇਟ ਕਰ ਦੋ, ਇਹ ਕਹਿੰਦਾ ਪਿਆ ਬੱਚਾ ਐਡਜਸਟ ਨਹੀਂ ਕਰੇਗਾ, ਇਹ ਕਹਿੰਦਾ ਪਿਆ ਬੱਚਾ ਜਿਹੜਾ ਹੈਗਾ ਸਕੂਲ ਦਾ ਰਿਜ਼ਲਟ ਖਰਾਬ ਕਰ ਰਿਹਾ ਹੈ, ਨਾਲ ਦੀ ਨਾਲ ਬਿਨਾਂ ਸੋਚੇ ਸਮਝੇ ਉਸ ਆਪਸ਼ਨ ਦੇ ਉੱਪਰ ਕਾਂਟਾ ਮਾਰ ਦੋ। ਕੀ ਕਰ ਦੋ? ਆਪਸ਼ਨ ਦੇ ਉੱਪਰ ਕਾਂਟਾ। ਆਪਾਂ ਨਾ ਬਹੁਤ ਜਲਦ, ਠੀਕ ਹੈ, ਵਿਦਿਨ 2 to 3 ਡੇਜ਼ ਦੇ ਵਿੱਚ ਆਪਾਂ ਹਰ ਇੱਕ ਟੌਪਿਕ ਦੇ MCQ ਸੀਰੀਜ਼ ਬਿਲਕੁਲ ਫ੍ਰੀ ਆਫ ਕੋਸਟ ਸਾਡੇ YouTube ਚੈਨਲ ਦੇ ਉੱਪਰ ਤੁਹਾਨੂੰ ਮਿਲਣਗੇ, ਠੀਕ ਹੈ। ਉਹਦੀਆਂ PPTs, ਜਿਨ੍ਹਾਂ ਨੇ ਉਹਦੀਆਂ ਜਿਹੜੀਆਂ PPTs ਲੈਣੀਆਂ ਹੈ, ਮਤਲਬ ਉਹ ਕੁਐਸਚਨਸ ਨੂੰ PDF ਫਾਰਮ ਦੇ ਵਿੱਚ ਲੈਣਾ ਹੈ, ਤਾਂ ਉਹ ਸਾਡੇ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਓ, ਜਿਹਦੀ ਡਿਸਕ੍ਰਿਪਸ਼ਨ ਇਸ ਜਿਹੜਾ ਲੈਕਚਰ YouTube ਲੈਕਚਰਾਂ ਦੇ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਹੈਗਾ ਉਹਦੀ ਸਾਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਏਗੀ, ਲਿੰਕ ਤੁਹਾਨੂੰ ਜਿਹੜਾ ਹੈਗਾ ਉਹਦਾ ਮਿਲ ਜਾਏਗਾ। ਕਲੀਅਰ? ਤਾਂ MCQ ਸੀਰੀਜ਼ ਵੀ ਸ਼ੁਰੂ ਕਰਾਂਗੇ ਕਿਉਂਕਿ ਤੁਹਾਨੂੰ ਕੰਟੈਂਟ ਆਣਾ ਮੇਨ ਨਹੀਂ ਹੈਗਾ, ਮੇਨ ਤੁਹਾਨੂੰ ਕੁਐਸਚਨ ਨੂੰ ਅਟੈਂਪਟ ਕਰਨਾ ਆਣਾ ਚਾਹੀਦਾ ਹੈ ਕਿ ਤੁਸੀਂ ਕੁਐਸਚਨ ਨੂੰ ਅਟੈਂਪਟ ਕਿਵੇਂ ਕਰੋ। ਕਲੀਅਰ? ਤਾਂ ਮੈਂ ਤੁਹਾਨੂੰ ਕੀ ਕਹਿ ਰਿਹਾ, ਜਿੱਥੇ ਨੈਗੇਟਿਵ ਆ ਜਾਏ ਉਹਨੂੰ ਕਾਂਟਾ ਮਾਰ ਦੋ ਬਿਨਾਂ ਸੋਚੇ ਸਮਝੇ। ਕੋਈ ਕੁਐਸਚਨ ਨਹੀਂ ਗਲਤ ਹੋਏਗਾ, ਪਰ ਇੰਨਾ ਧਿਆਨ ਦੇ ਲਿਓ ਕਦੇ ਕੁਐਸਚਨ ਦੇ ਵਿੱਚ ਨਾ ਪੁੱਛਿਆ ਹੋਵੇ ਨਹੀਂ,
ਹੇਠ ਲਿਖਿਆ ਵਿੱਚੋਂ ਕੀ ਠੀਕ ਨਹੀਂ ਹੈ, ਉੱਥੇ ਇਹ ਮੈਥਡ ਯੂਜ਼ ਨਹੀਂ ਹੋਏਗਾ, ਉਹਨੂੰ ਮਾੜਾ ਜਿਹਾ ਧਿਆਨ ਚ ਦੇਖ ਲਿਓ। ਠੀਕ ਹੈ, ਤੇ ਅੱਜ ਕੱਲ ਬਹੁਤੇ ਕੁਐਸਚਨ ਜਿਹੜੇ ਆਂਦੇ ਵੀ ਕਿਹੜੇ ਪਏ ਆ, ਨਹੀਂ ਵਾਲੇ ਹੀ ਆ ਰਹੇ ਆ, ਕਿਉਂਕਿ ਬੱਚਾ ਪੜਨ ਲੱਗੇ ਤਾਂ ਨਹੀਂ ਪੜ ਲੈਂਦਾ, ਆਪਸ਼ਨ ਲੱਗੇ ਫਿਰ ਨਹੀਂ ਭੁੱਲ ਜਾਂਦਾ ਕਿ ਨਹੀਂ ਉਹਨਾਂ ਨੇ ਪੁੱਛਿਆ ਜਾਂ ਨਹੀਂ ਪੁੱਛਿਆ। ਤਾਂ ਇਹ ਵਾਲੇ ਕੁਐਸਚਨ ਤੁਹਾਡੇ ਜ਼ਿਆਦਾ ਆਉਣ ਦੀ ਉਮੀਦ ਹੈ। ਤਾਂ ਇਹ ਚੀਜ਼ ਤੁਹਾਨੂੰ ਕਨਸੈਪਟ ਸਮਝ ਆ ਗਿਆ ਕਿ ਸਪੈਸ਼ਲ ਚਾਈਲਡ ਮਤਲਬ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਅਬਨੋਰਮੈਲਿਟੀ ਹੈ, ਜਿਨ੍ਹਾਂ ਵਿੱਚ ਕੋਈ ਨਾ ਕੋਈ ਡਿਸੇਬਿਲਿਟੀ ਹੈ। ਠੀਕ, ਹੁਣ ਤੁਹਾਡੇ ਦਿਮਾਗ ਦੇ ਵਿੱਚ ਕਨਸੈਪਟ ਆਏਗਾ ਕਿ ਸਰ ਜਿਹੜਾ ਗਿਫਟਡ ਬੱਚਾ ਹੈ, ਜਿਹੜਾ ਗਿਫਟਡ ਸਟੂਡੈਂਟ ਹੈ, ਉਹ ਵੀ ਤਾਂ ਸਪੈਸ਼ਲ ਹੈ। ਠੀਕ ਹੈ ਨਾ, ਤਾਂ ਬੱਚੇ ਯਾਦ ਰੱਖਿਓ, ਭਾਵੇਂ ਗਿਫਟਡ ਸਪੈਸ਼ਲ ਹੋ ਸਕਦਾ ਹੈ, ਮੰਨਦੇ ਆ ਇਹਨਾਂ ਦੀ ਐਬਿਲਿਟੀ ਜ਼ਿਆਦਾ ਹੈ, ਪਰ ਆਪਣੇ एग्जाम ਦੇ ਵਿੱਚ ਜਾਂ ਸਾਈਕੋਲੋਜੀ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਜਦੋਂ ਵੀ ਆਪਾਂ ਸਪੈਸ਼ਲ ਸਟੂਡੈਂਟ ਦੀ ਗੱਲ ਕਰਾਂਗੇ ਤਾਂ ਆਪਾਂ ਸਿਰਫ ਤੇ ਸਿਰਫ ਉਹਨਾਂ ਬੱਚਿਆਂ ਦੀ ਗੱਲ ਕਰਾਂਗੇ ਜਿਨ੍ਹਾਂ ਬੱਚਿਆਂ ਦੇ ਵਿੱਚ ਨਾਰਮਲ ਬੱਚੇ ਨਾਲੋਂ ਕੋਈ ਨਾ ਕੋਈ ਕਮੀ, ਕੋਈ ਨਾ ਕੋਈ ਗੁਣ ਦੀ ਕਮੀ ਹੈ, ਕੋਈ ਨਾ ਕੋਈ ਪ੍ਰੋਬਲਮ ਹੈ। ਠੀਕ ਹੈ, मतलब इन शॉर्ट आप abnormals ਦੀ ਹੀ ਗੱਲ ਕਰਾਂਗੇ। ਜਦੋਂ ਵੀ ਤੁਹਾਨੂੰ ਵਰਡ ਆਇਆ ਸਪੈਸ਼ਲ ਨੀਡਸ ਤਾਂ ਗਿਫਟਡ ਨੂੰ ਇਨਕਲੂਡ ਨਹੀਂ ਕਰਨਾ। ਹੁਣ ਕਹੋਗੇ ਕਿਉਂ ਨਹੀਂ ਕਰਨਾ ਸਰ ਗਿਫਟਡ ਨੂੰ ਇਨਕਲੂਡ, ਤਾਂ ਕਿਉਂ ਨਹੀਂ ਕਰਨਾ ਬੱਚੇ, ਕਿਉਂਕਿ ਇੱਕ ਕਨਸੈਪਟ ਆਇਆ ਸੀ ਕਿ ਗਿਫਟਡ ਵੀ ਸਪੈਸ਼ਲ ਹੈ, ਜਿਸ ਕਰਕੇ ਇਹਨਾਂ ਬੱਚਿਆਂ ਨੂੰ ਅਲੱਗ ਕਰਨ ਦੇ ਲਈ ਜਾਂ ਇਹਨਾਂ ਬੱਚਿਆਂ ਨੂੰ ਜਿਹੜਾ ਹੈਗਾ ਸਪੈਸ਼ਲ ਫੈਸਿਲਿਟੀਜ਼ ਦੇ ਲਈ ਜਿਹੜੇ ਸਕੂਲਸ ਬਣਾ ਦਿੱਤੇ ਗਏ ਸੀ। NVS ਜਿਹੜੀ ਨੈਸ਼ਨਲ ਪਾਲਿਸੀ NPEI ਸੀ ਨਾ 1986, कंफ्यूज ना होइए बच्चे, मैं थोड़ा जिहा ट्रिकी तरीके नाल तुहानू चीज़ां नू कंपेयर कर रहा। साइकोलॉजी प्रॉपर कंपैरिजन नाल ही आनी है। ठीक है ना, साइकोलॉजी दे विच जदों तक तुसीं चीज़ां नू कंपैरिजन नहीं करोगे, जदों तक चीज़ां नू एक दूजे नाल इंटरलेट नहीं करोगे, उदों तक तुसीं जिहड़ा हैगा समझ नहीं पाओगे। तां NP 1986 जिहड़ी आई सी ਉਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਸੀ ਕਿ ਬੱਚਿਆਂ ਦੇ ਲਈ, ਗਿਫਟਡ ਬੱਚਿਆਂ ਦੇ ਲਈ ਸਕੂਲ ਬਣਾਉਣੇ ਚਾਹੀਦੇ ਹੈ, ਜਿਹਦੇ ਕਰਕੇ ਬਾਅਦ ਵਿੱਚ ਕਿਹੜਾ ਸਕੂਲ ਬਣਾ ਦਿੱਤੇ ਗਏ ਸੀਗੇ NVS ਸਕੂਲ। ਜਦੋਂ ਮੈਂ ਤੁਹਾਨੂੰ ਟੌਪਿਕ ਕਰਵਾਇਆ ਤੁਹਾਡਾ ਕਰਿਕੂਲਮ ਪਾਰਟ ਦਾ ਡਿਪਾਰਟਮੈਂਟਸ ਵਾਲਾ, ਤਾਂ ਉਹਦੇ ਵਿੱਚ ਮੈਂ ਤੁਹਾਨੂੰ ਸਾਰਾ ਡਿਟੇਲ ਲਾਉਂਗਾ ਕਿ NCERT ਕਦੋਂ ਬਣੀ, ਕੀ ਕੰਮ ਹੈ, SCERT ਕਦੋਂ ਬਣੀ, NVS ਕਦੋਂ ਬਣਿਆ, ਕੇਂਦਰੀ ਵਿਦਿਆਲਿਆ ਕਦੋਂ ਬਣਿਆ, ਫਸਟ ਓਪਨ ਯੂਨੀਵਰਸਿਟੀ ਕਦੋਂ ਬਣੀ, ਇਹ ਆਪਾਂ ਸਾਰਾ ਕਨਸੈਪਟ 1 ਬਾय 1 ਉਹਦੇ ਵਿੱਚ ਸਮਝਾਂਗੇ। PSC ਵੀ ਕਦੋਂ ਬਣੀ, CBSE ਕਦੋਂ ਬਣੀ, ਠੀਕ ਹੈ, ਪੂਰਾ ਕਨਸੈਪਟ ਕਰਾਉਂਗਾ ਤੁਹਾਨੂੰ। ਅੱਜ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਪੈਸ਼ਲ ਸਟੂਡੈਂਟਸ ਦੀ, ਤਾਂ ਥੋੜਾ ਜਿਹਾ ਚੀਜ਼ ਨੂੰ ਇੰਟਰਲੇਟ ਕਰਕੇ ਕੋਰਿਲੇਟ ਕਰਕੇ ਸਮਝਦੇ ਰਹੀਓ। ਤਾਂ ਇਹਨਾਂ ਦੇ ਲਈ ਕਿਹੜੇ ਸਕੂਲ ਬਣਾ ਦਿੱਤੇ ਗਏ? NVS ਨਵੋਦਿਆ ਵਿਸ਼ਵਵਿਦਿਆਲਿਆ, ਜਵਾਹਰ ਨਵੋਦਿਆ ਵਿਸ਼ਵਵਿਦਿਆਲਿਆ ਸਕੂਲ ਕਿਹਨਾਂ ਲਈ ਬਣਾਏ ਗਏ ਸੀ? ਗਿਫਟਡਸ ਦੇ ਲਈ। ਪਰ ਜਦੋਂ ਵੀ ਵਰਡ ਆਇਆ ਆਪਣੇ ਪੇਪਰ ਦੇ ਵਿੱਚ ਸਪੈਸ਼ਲ ਸਟੂਡੈਂਟਸ, ਸਪੈਸ਼ਲ ਨੀਡਸ, ਤਾਂ ਹਮੇਸ਼ਾ ਸਿਰਫ ਤੇ ਸਿਰਫ ਆਪਾਂ ਗੱਲ ਕਿਹਦੀ ਕਰਾਂਗੇ? ਆਪਾਂ ਗੱਲ ਕਰਾਂਗੇ ਅਬਨੋਰਮਲਸ ਦੀ। ਕਿਹਦੀ ਗੱਲ ਕਰਾਂਗੇ ਆਪਾਂ? ਅਬਨੋਰਮਲਸ। ਚਲੋ एक तो होगी गल समझ ਤੁਹਾਨੂੰ आ गया, क्लियर कंसेप्ट समझ आ गया कि ਆਪਾਂ ਅਬਨੋਰਮਲਸ ਦੀ ਗੱਲ ਕਰ ਰਹੇ ਹਾਂ। ਹੁਣ ਨਾ ਇੱਕ ਕੰਸੈਪਟ ਪੇਪਰ ਦੇ ਵਿੱਚ ਬਹੁਤ ਆਉਂਦਾ ਹੈ, ਬੱਚੇ ਬਹੁਤ ਜ਼ਿਆਦਾ ਕੰਫਿਊਜ਼ ਹੁੰਦੇ ਆ, ਬੱਚਿਆਂ ਦੇ ਦਿਮਾਗ ਵਿੱਚ ਬੜਾ ਕੁਐਸਚਨ ਆਉਂਦਾ ਵਾਲਾ ਕਿ ਸਰ ਕਿਤੇ ਲਿਖਿਆ ਹੁੰਦਾ ਇੰਪੇਅਰਮੈਂਟ, ਕਿਤੇ ਲਿਖਿਆ ਹੁੰਦਾ ਡਿਸੇਬਲ, ਕਿਤੇ ਲਿਖਿਆ ਹੁੰਦਾ ਹੈਂਡੀਕੈਪ, ਕੀ ਇਹ ਤਿੰਨੋਂ ਵਰਡ ਇੱਕੋ ਹੈ? ਬਹੁਤ ਵਾਰੀ ਬੱਚਿਆਂ ਦੇ ਮੈਸੇਜ ਆਏ ਹੈ, ਠੀਕ ਹੈ, ਕਿ ਕੀ ਸਰ ਇਹ ਤਿੰਨੋਂ ਵਰਡ ਇੱਕੋ ਹੈ? ठीक है, कि आप तीनों को इको जगह पे यूज कर सकते हैं कि इन्हां दे विच कोई डिफरेंस है? जो डिफरेंस है सर तो किहड़ा डिफरेंस है? तो मैं तुहानू प्रॉपरली समझा रहा कि तीनों दे विच की डिफरेंस है। ठीक है, पहला लिख लो फिर मैं तुहानू प्रॉपरली समझा दूंगा। फर्स्ट है इंपेयरमेंट, सेकंड डिसेबिलिटी, थर्ड हैंडीकैप। देखो ध्यान ਨਾਲ ਸਮਝੋ ਇਸ ਗੱਲ ਨੂੰ, ਬਿਲਕੁਲ ਸਿੰਪਲ ਜਿਹਾ ਕਨਸੈਪਟ ਹੈ ਕਿ ਜੇਕਰ ਤੁਹਾਡੇ ਕੋਈ ਬਾਡੀ ਸਟਰਕਚਰ ਦੇ ਵਿੱਚ ਜਾਂ ਬਾਡੀ ਫੰਕਸ਼ਨਿੰਗ ਦੇ ਵਿੱਚ ਪ੍ਰੋਬਲਮ ਹੈ ਤਾਂ ਆਪਾਂ ਨੂੰ ਕੀ ਕਵਾਂਗੇ? ਵਰਡ ਕਿਹੜਾ ਯੂਜ਼ ਕਰਾਂਗੇ? ਇੰਪੇਅਰਮੈਂਟ। ਆਪਾਂ ਵਰਡ ਕਿਹੜਾ ਯੂਜ਼ ਕਰਾਂਗੇ? ਇੰਪੇਅਰਮੈਂਟ। ਮੈਂ ਤੁਹਾਨੂੰ ਲਿਖਵਾਉਂਗਾ ਵੀ, ਪਹਿਲਾਂ ਇੱਕ ਵਾਰੀ ਸਮਝ ਲਓ ਸਿਰਫ ਕਨਸੈਪਟ ਨੂੰ। ठीक है, मान लो मैं कहां कि मेरी बॉडी दे किसी फंक्शन या स्ट्रक्चर दे विच प्रॉब्लम है तो उस जगह ते केड़ा वर्ड यूज होएगा? केड़ा यूज होएगा? इंपेयरमेंट वर्ड यूज होएगा। जिवें मैं कहां कि मेरा जेड़ा गोडा जेड़ा हैगा, ठीक है ना, जेड़ा मेरी लेग्स है ये मूव नहीं कर रही, ये जेड़ा हैगा ये हिल नहीं रही, ठीक है, इन्हां दी जेड़ी इंपेयरमेंट है ना, ਇਹਦਾ मतलब ਕੀ ਹੁੰਦਾ ਹੈ कि प्रॉपर हजे प्रॉब्लम नहीं बता पाऊं, ठीक है, पर अपनी कोई बॉडी का कोई पार्ट फंक्शन नहीं कर रहा, पैर जिहड़ा हैगा हिल नहीं रही बिल्कुल भी, ठीक है, तो वो सारी की हो जाएगी इंपेयरमेंट, जिहदा जिहड़ा इलाज जिहड़ा हैगा पॉसिबल नहीं है, क्योंकि जो बीमारी नहीं पता तो इलाज किथों करूंगा मैं? सेकंड डिसेबिलिटी। डिसेबिलिटी का देखो मतलब की होंदा है, डिसेबिलिटी का मतलब की होंदा है कि तुहाडे पार्टिकुलर किसी चीज दे विच प्रॉब्लम आ रही है, तुहानू पार्टिकुलर कोई काम नू करन दे विच की आ रही है, प्रॉब्लम आ रही है, उत्थे आपां वर्ड की यूज करांगे? डिसेबिलिटी। बच्चे ध्यान नाल समझ लो, पहला इंपेयरमेंट तुहाडे बॉडी स्ट्रक्चर दे विच जां फंक्शनिंग प्रॉब्लम है, ठीक है, पर प्रॉपरली सानू एग्जैक्टली नहीं आएगा, मतलब मेरी कोई ना कोई एक्टिविटी मेरी प्रॉब्लम है,
डिसेबिलिटी ਮੈਨੂੰ ਕੋਈ ਕੰਮ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤੇ ਹੈਂਡੀਕੈਪ ਕਦੋਂ ਯੂਜ਼ ਕਰਾਂਗੇ ਆਪਾਂ ਕਹਿੰਦੇ ਨਾ ਕਿ ਮੈਂ ਤਾਂ ਹੁਣ ਜੀ ਹੈਂਡੀਕੈਪ ਹੋ ਗਿਆ ਆਪਣੇ ਪੇਰੈਂਟਸ ਤੋਂ ਕਹਿੰਦੇ ਹੁਣ ਅਸੀਂ ਤਾਂ ਹੈਂਡੀਕੈਪ ਹੋ ਗਏ ਤੁਹਾਡੇ ਤੇ ਜਿਹੜੇ ਨਿਰਭਰ ਹੋ ਗਏ ਮਤਲਬ ਉਹ ਪ੍ਰੋਬਲਮ ਜਿਹਦੇ ਕਾਰਨ ਮੈਨੂੰ ਡੇਲੀ ਲਾਈਫ ਦੇ ਵਿੱਚ ਡੇਲੀ ਲਾਈਫ ਦੇ ਵਿੱਚ ਕੋਈ ਨਾ ਕੋਈ ਨਾਰਮਲ ਕੰਮ ਕਰਨ ਦੇ ਵਿੱਚ ਜਿਹੜਾ ਹੈਗਾ ਮੈਨੂੰ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ ਤਾਂ ਉਹ ਮੇਰੀ ਕੀ ਕਹਾਏਗੀ ਹੈਂਡੀਕੈਪ ਉਹਨੂੰ ਆਪਾਂ ਕੀ ਕਹਾਂਗੇ ਹੈਂਡੀਕੈਪ ਤਾਂ तीनों ਕਨਸੈਪਟ ਸਮਝ ਲਓ ਪੇਪਰ ਦੇ ਵਿੱਚ ਇਹਦੇ ਰਿਲੇਟਡ ਕੁਐਸਚਨ 100% ਆਉਣ ਦੇ ਚਾਂਸਸ ਹੈ ਕਿ ਚਿਲड्रन ਵਿਦ ਸਪੈਸ਼ਲ ਨੀਡਸ ਦੇ ਵਿੱਚ ਤੁਹਾਨੂੰ ਇੱਕ ਕੁਐਸਚਨ ਆ ਜਾਏਗਾ ਕਿ ਵਾਟ ਇਜ਼ ਦਾ ਮੀਨਿੰਗ ਆਫ ਇੰਪੇਅਰਮੈਂਟ ਵਾਟ ਇਜ਼ ਦਾ ਮੀਨਿੰਗ ਆਫ ਡਿਸੇਬਿਲਿਟੀ ਵਾਟ ਇਜ਼ ਦਾ ਮੀਨਿੰਗ ਆਫ ਹੈਂਡੀਕੈਪ ਜਾਂ ਤੁਹਾਨੂੰ ਕੁਐਸਚਨ ਆ ਜਾਏਗਾ ਹੇਠਲੀ ਦੇ ਵਿੱਚੋਂ ਕਿਸ ਦਾ ਸੰਬੰਧ ਇਹਦੇ ਨਾਲ ਨਹੀਂ ਹੈ ਹੇਠਲੀ ਦੇ ਵਿੱਚੋਂ ਕਿਸ ਦਾ ਸੰਬੰਧ ਇਹਦੇ ਵਿੱਚ ਡਿਸੇਬਿਲਿਟੀ ਨਾਲ ਨਹੀਂ ਹੈ ਤਾਂ ਤੁਹਾਨੂੰ ਇਸ ਤਰ੍ਹਾਂ ਦੇ ਕਨਸੈਪਟ ਐਗਜ਼ਾਮ ਦੇ ਵਿੱਚ ਆਉਣ ਦੇ ਚਾਂਸਸ ਹੈ ਤਾਂ ਇਹਦੇ ਬਾਰੇ ਥੋੜਾ ਲਿਖ ਵੀ ਲਓ ਤਾਂ ਇੰਪੇਅਰਮੈਂਟ ਕੀ ਹੁੰਦਾ ਹੈ ਐਨੀ ਲਾਸ or abnormality any loss or abnormality of psychological physiological structure और फंक्शनिंग ठीक है ना कि कोई स्ट्रक्चर या फंक्शनिंग में प्रॉब्लम है डिसेबिलिटी लिख लो रिस्ट्रिक्शन और लैकिंग with the resulting from impairment ठीक है हैंडीकैप तक लिखूंगे नॉट फुलफिल a normal role at school at daily life ਇਹਦੇ ਵਿੱਚ ਕੀ ਹੈ ਸਭ ਕੁਝ ਆ ਜਾਏਗਾ ਤੁਹਾਡਾ ਠੀਕ ਹੈ ਕਿ ਡੇਲੀ ਲਾਈਫ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਕੋਈ ਵੀ ਕੰਮ ਕਰਨ ਦੇ ਵਿੱਚ ਉਹ ਤੁਹਾਡੀ ਕੀ ਹੈ हैंडीकैप उस चीज के लिए अपन वर्ड यूज करेंगे हैंडीकैप वर्ड यूज करेंगे देखो बड़े सिंपल वेज ਤੁਹਾਨੂੰ ਮੈਂ ਸਮਝਾਤਾ ਕਿ ਜੀ ਇੰਪੇਅਰਮੈਂਟ ਕਿੱਥੇ ਯੂਜ਼ ਕਰੋਗੇ ਡਿਸੇਬਿਲਿਟੀ ਕਿੱਥੇ ਯੂਜ਼ ਕਰੋਗੇ ਤੇ ਹੈਂਡੀਕੈਪ ਕਿੱਥੇ ਯੂਜ਼ ਕਰੋਗੇ ਨੈਕਸਟ ਹੁਣ ਆਪਾਂ ਗੱਲ ਕਰਦੇ ਹਾਂ ਪ੍ਰੋਬਲਮਸ ਦੀ ਤਾਂ ਹੁਣ ਆਪਾਂ ਗੱਲ ਕਰ ਰਹੇ ਹਾਂ ਪ੍ਰੋਬਲਮਸ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਯਾਦ ਰੱਖਿਓ ਆਪਾਂ ਇਹਨੂੰ ਡਿਸੇਬਿਲਿਟੀਜ਼ ਨੂੰ ਬੇਸਿਕਲੀ ਆਪਾਂ ਦੋ ਪਾਰਟਸ ਦੇ ਵਿੱਚ ਦੇਖੋ ਬਹੁਤ ਪਾਰਟਸ ਬਣ ਸਕਦੇ ਆ ਪਰ ਬੇਸਿਕਲੀ ਆਪਾਂ ਇਹਨੂੰ ਡਿਸੇਬਿਲਿਟੀ ਨੂੰ ਜਾਂ ਆਪਾਂ ਕਹਿ ਦਈਏ ਸਪੈਸ਼ਲ ਨੀਡਸ ਪਰਸਨ ਨੂੰ ਜਾਂ ਡਿਸੇਬਿਲਿਟੀ ਨੂੰ ठीक है दो पार्ट्स बन सकते हैं बेसिकली केडी लर्निंग डिसेबिलिटी ते फिजिकल डिसेबिलिटी केड़े दो पार्ट्स बन सकते हैं फिजिकल डिसेबिलिटी ते लर्निंग डिसेबिलिटी हुन लर्निंग डिसेबिलिटी दे विच देखो याद रखो आपां इहदे केड़े कांसेप्ट आ जाएंगे लर्निंग डिसेबिलिटी डिसलेक्सिया डिसनोमिया डिसकैल्कुलिया डिस्प्रेक्सिया डिस्फेजिया डिस्फेजिया प्रेक्सिया डिसलेक्सिया डिसग्राफिया ठीक है फिजिकल डिसेबिलिटी दे विच किहड़े आ जाएंगे ऑटिज्म सेरेब्रल palsy एम्मा मेंटली रिटार्डेड ठीक है हियरिंग इम्पेयरमेंट विजुअल इम्पेयरमेंट ठीक है ऑटिज्म सेरेब्रल palsy विजुअल
लोकोमोटर, ऑर्थोपेडिकली, ठीक। ये सारे प्रॉब्लम बेसिकली आ जाएंगे मेन में मैं दसते देखो बाकी काफी प्रॉब्लम्स ਆਪਾਂ ਜਿਹੜਾ ਟੌਪਿਕ ਕੀਤਾ ਸੀ अर्ਲੀ ਚਾਈਲਡहुड ਡਿਫਾਰਮਿਟੀਜ਼ ਉਹਦੇ ਵਿੱਚ ਕਰ ਲਿਆ, ਠੀਕ ਹੈ। ਆਪਾਂ ਇਸ ਤੋਂ ਇਲਾਵਾ ਜਿਹੜਾ ਕਨਸੈਪਟ ਕੀਤਾ ਆਪਾਂ ਜਿਹੜਾ ਇਹਦੇ ਵਿੱਚ ਕਨਸੈਪਟ ਕਰਾਂਗੇ ਜਿਹੜਾ ਇਨਕਲੂਸਿਵ ਐਜੂਕੇਸ਼ਨ ਉਹਦੇ ਵਿੱਚ ਵੀ ਕਰਾਂਗੇ। ਇਹਦੇ ਵਿੱਚ ਤੁਸੀਂ ਹੋਰ ਐਡ ਕਰਨਾ ਚਾਹੋ ਤਾਂ ਕਰ ਸਕਦੇ ਹੋ, ਡਾਊਨ ਸਿੰਡਰੋਮ, PKU, ਫੈਨਿਲਕੈਟੋਨੂਰੀਆ, ਠੀਕ ਹੈ ਨਾ, ਕਿਤੇ ਨਾ ਕਿਤੇ ਨਾਲ ਸੰਬੰਧਿਤ ਹੈ, MR ਦੇ ਨਾਲ ਸੰਬੰਧਿਤ ਕੀ ਹੈਗੇ ਹੈ, ਠੀਕ ਹੈ। ਸਪਾਈਨਾ ਬਿਫਾਡਾ ਤਾਂ ਪ੍ਰੋਬਲਮ ਐਡ ਕਰ ਸਕਦੇ ਹੋ, ਪਰ ਆਪਾਂ ਕੁਝ ਪ੍ਰੋਬਲਮਸ ਜਿਹੜਾ ਹੈਗਾ ਸਪੈਸ਼ਲ ਚਿਲਡਰਨ ਵਿੱਚ ਸਪੈਸ਼ਲ ਨੀਡਸ ਪੜਾਂਗੇ ਤੇ ਕੁਝ ਪ੍ਰੋਬਲਮਸ ਆਪਾਂ ਜਿਹੜੀਆਂ ਬਾਕੀ ਵੱਧ ਜਾਣਗੀਆਂ ਉਹ ਆਪਾਂ ਕਿਤੇ ਪੜਾਂਗੇ, ਆਪਾਂ ਇਨਕਲੂਸਿਵ ਐਜੂਕੇਸ਼ਨ ਵਾਲੇ ਕਨਸੈਪਟ ਤੇ ਵੀ ਤੁਹਾਨੂੰ ਮੈਂ ਪ੍ਰੋਪਰਲੀ ਕਰਵਾਉਂਗਾ। ਹੁਣ ਦੇਖੋ ਹੁਣ ਆਪਾਂ ਤੁਹਾਨੂੰ ਇੱਕ ਕਨਸੈਪਟ ਹੋਰ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਕਈ ਜਗ੍ਹਾ ਤੇ ਆਉਂਦਾ ਹੈ ਡਿਸਲੈਕਸੀਆ, ਕਈ ਜਗ੍ਹਾ ਤੇ ਆਉਂਦਾ ਹੈ ਅਲੈਕਸੀਆ। ਹੁਣ ਡਿਸ ਤੇ ਦੋਵਾਂ ਦੇ ਵਿੱਚ ਫਰਕ ਕੀ ਹੁੰਦਾ ਹੈ? ਹੁਣ ਤੁਹਾਡੇ ਕਨਸੈਪਟ ਤੁਹਾਡੇ ਦਿਮਾਗ ਦੇ ਵਿੱਚ ਆਏਗਾ ਕਿ ਡਿਸ ਤੇ ਦੇ ਵਿੱਚ ਜਿਹੜਾ ਹੈਗਾ ਫਰਕ ਕੀ ਆਉਂਦਾ ਹੈ। ਤਾਂ ਡਿਸ ਜਿੱਥੇ ਵਰਡ ਆ ਜਾਏ, ਦੇਖੋ ਜਿੱਥੇ ਵਰਡ ਆ ਜਾਏ ਡਿਸ, DYS, ਜਿਹਦੇ ਅੱਗੇ ਲੱਗਾ ਹੋਵੇ ਡਿਸ, ਇਹਦਾ ਮਤਲਬ ਕੀ ਹੁੰਦਾ ਹੈ ਕਿ ਕੋਈ ਚੀਜ਼ ਪਹਿਲਾਂ ਬਣੀ ਸੀ, ਕੋਈ ਚੀਜ਼ ਜਿਹੜੀ ਬਣੀ ਸੀ ਜਿਹੜੀ ਜਾਂ ਤਾਂ ਹੁਣ ਖਤਮ ਹੋ ਚੁੱਕੀ ਹੈ ਜਾਂ ਉਹ ਪ੍ਰੋਪਰਲੀ ਵਰਕ ਨਹੀਂ ਕਰ ਰਹੀ। ਮੇਰੀ ਦੁਬਾਰਾ ਗੱਲ ਸਮਝ ਲਓ ਕਿ ਕੋਈ ਚੀਜ਼ ਜਿੱਥੇ ਵਰਡ ਆ ਜਾਏ ਤੁਹਾਡਾ ਡਿਸ, DYS ਅੱਗੇ ਲੱਗਿਆ ਹੋਵੇ, ਉਹਦਾ ਮਤਲਬ ਕੀ ਹੋਏਗਾ ਕਿ ਕੋਈ ਚੀਜ਼ ਮੇਰੀ ਬਣੀ ਸੀ ਜਾਂ ਤਾਂ ਉਹ ਕਿਸੇ ਅਬਨੋਰਮੈਲਿਟੀ ਦੇ ਕਾਰਨ ਉਹਦੇ ਚ ਕੋਈ ਪ੍ਰੋਬਲਮ ਆ ਗਈ ਜਾਂ ਉਹ ਹੌਲੀ ਹੌਲੀ ਜਿਹੜੀ ਹੈਗੀ ਹੈ ਖਤਮ ਹੋ ਰਹੀ ਹੈ। ਤਾਂ ਉੱਥੇ ਕੀ ਲੱਗਿਆ ਹੋਏਗਾ? ਡਿਸ ਵਰਡ ਲੱਗਿਆ ਹੋਏਗਾ, ਮਤਲਬ ਡਿਸਲੈਕਸੀਆ, ਡਿਸਕੈਲਕੁਲੀਆ, ਡਿਸਨੋਮੀਆ, ਡਿਸਗ੍ਰਾਫੀਆ, ਇਹ ਵਾਲਾ ਕੰਸੈਪਟ ਹੋਏਗਾ। ਕਈ ਜਗ੍ਹਾ ਤੁਹਾਨੂੰ ਵਰਡ ਮਿਲੇਗਾ ਅਲੈਕਸੀਆ, ਅਕੈਲਕੁਲੀਆ, ਅਨੋਮੀਆ, ਤਾਂ ਜਿੱਥੇ ਵਰਡ ਆ ਜਾਏ ਠੀਕ ਹੈ, ਇਹਦਾ ਮਤਲਬ ਕੀ ਹੁੰਦਾ ਹੈ ਕਿ ਪ੍ਰੋਪਰ ਮਿਸਿੰਗ, ਉਹ ਚੀਜ਼ ਮੇਰੇ ਉਹ ਪਾਰਟ ਜਿਹੜੀ ਚੀਜ਼ ਨਾਲ ਰਿਲੇਟਡ ਆ ਗਿਆ ਉਹ ਚੀਜ਼ ਮੇਰੇ ਵਿੱਚ ਹੈ ਹੀ ਨਹੀਂ, ਠੀਕ ਹੈ, ਉਹ ਚੀਜ਼ ਮੇਰੇ ਵਿੱਚ ਹੈ ਹੀ ਨਹੀਂ, ਤਾਂ ਉਹ ਉਹਦੇ ਅੱਗੇ ਕੀ ਲੱਗਾ ਹੋਏਗਾ? ਅਲੈਕਸੀਆ, ਠੀਕ ਹੈ ਨਾ। ਤਾਂ ਅਲੈਕਸੀਆ, ਅਫੇਜ਼ੀਆ, ਅਨੋਮੀਆ, ਤਾਂ ਇਸ ਤਰ੍ਹਾਂ ਦੇ ਵਰਡ ਆਣਗੇ। ਤਾਂ ਕਨਫਿਊਜ਼ਨ ਧਿਆਨ ਨਾਲ ਸਮਝ ਲਓ, ਵੈਸੇ ਇਹਨਾਂ ਡੈਪਥ ਦੇ ਵਿੱਚ ਕੋਈ ਪੁੱਛਦਾ ਨਹੀਂ ਹੁੰਦਾ, ਪਰ ਫਿਰ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਡਿਸ ਆ ਰਿਹਾ ਤਾਂ ਕਿਉਂ ਆ ਰਿਹਾ, ਡਿਸ ਦਾ ਮਤਲਬ ਕੀ ਹੈ, ਆ ਰਿਹਾ ਤਾਂ ਕਿਉਂ ਆ ਰਿਹਾ। ਮਤਲਬ ਜਿੱਥੇ ਇਹ ਵਰਡ ਆ ਰਿਹਾ ਤਾਂ ਮਤਲਬ ਪ੍ਰੋਪਰ ਐਬਸੈਂਟ, ਜਿੱਥੇ ਵਰਡ ਆ ਰਿਹਾ ਡਿਸ ਦੈਟ ਮੀਨਸ ਕੋਈ ਚੀਜ਼ ਬਣੀ ਤਾਂ ਸੀ ਉਹਦੇ ਬੋਡੀ ਦੇ ਵਿੱਚ, ਪਰ ਜਦ ਐਬਸੈਂਟ ਜਦ ਉਹ ਹੋਰ ਲਾਸ ਹੋ ਗਿਆ ਜਾਂ ਉਹਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆ ਗਈ। ਚਲੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਪ੍ਰੋਬਲਮ। ਮੈਂ ਇੱਕ ਵਾਰੀ ਨੂੰ ਕਲੱਬ ਕਰਦਾ ਹਾਂ, ਠੀਕ ਹੈ। ਤੁਹਾਨੂੰ ਜਿਹੜਾ ਹੈਗਾ ਡਿਸ ਤੇ ਵਾਲਾ ਕਨਸੈਪਟ ਕਲੀਅਰ ਹੋ ਗਿਆ ਹੋਵੇਗਾ। ਸਭ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਹਾਂ ਡਿਸਲੈਕਸੀਆ ਜਾਂ ਅਲੈਕਸੀਆ। ਤੁਹਾਨੂੰ ਇੱਕ ਕੁਐਸਚਨ ਆਉਂਦਾ ਹੁੰਦਾ ਹੈ ਕਿ ਡਿਸਲੈਕਸੀਆ ਜਾਂ ਅਲੈਕਸੀਆ ਜਿਹੜਾ ਹੈਗਾ ਇਹ ਕਿਹੜੀ ਪ੍ਰੋਬਲਮ ਹੈ, ਠੀਕ ਹੈ। ਤਾਂ ਯਾਦ ਰੱਖਿਓ ਬੱਚੇ ਕਿਹੜੀ ਪ੍ਰੋਬਲਮ ਹੈ? ਰੀਡਿੰਗ ਡਿਸਆਰਡਰ ਹੈ। ਕੀ ਹੈ ਇਹ? ਰੀਡਿੰਗ ਡਿਸਆਰਡਰ। ਮਤਲਬ ਦੇਖੋ ਰੀਡਿੰਗ ਡਿਸਆਰਡਰ ਦਾ ਮਤਲਬ ਕੀ ਹੁੰਦਾ ਹੈ ਕਿ ਇਹਦੇ ਵਿੱਚ ਬੱਚੇ ਨੂੰ ਪੜ੍ਹਨ ਸੰਬੰਧੀ, ਇਹਦੇ ਵਿੱਚ ਬੱਚੇ ਨੂੰ ਕਿਹੜੀ ਪ੍ਰੋਬਲਮ ਆਉਂਦੀ ਹੈ? ਪੜ੍ਹਨ ਸੰਬੰਧੀ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ। ਮੈਂ ਤੁਹਾਨੂੰ ਇੱਕ ਚੀਜ਼ ਹੋਰ ਇੰਪੋਰਟੈਂਟ ਦੱਸਦਾ, ਮੈਂ ਤੁਹਾਨੂੰ ਕੋਈ ਤੁੱਕੇ ਨਹੀਂ ਸਿਖਾ ਰਿਹਾ, ਪਰ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਜੇ ਤੁਹਾਨੂੰ ਕੁਐਸਚਨ ਸਪੈਸ਼ਲ ਨੀਡਸ ਦੇ ਵਿੱਚੋਂ ਕੁਐਸਚਨ ਆ ਗਿਆ ਜਿਹਦਾ ਸੰਬੰਧ ਲਰਨਿੰਗ ਡਿਸੇਬਿਲਿਟੀ ਨਾਲ ਹੈਗਾ, ਵੈਸੇ ਤਾਂ ਤੁਹਾਨੂੰ ਇਹ ਲੈਕਚਰ ਸੁਣਨ ਤੋਂ ਬਾਅਦ ਸਾਰੀਆਂ ਲਰਨਿੰਗ ਡਿਸੇਬਿਲਿਟੀਆਂ, ਸਾਰੀਆਂ ਫਿਜ਼ੀਕਲ ਡਿਸੇਬਿਲਿਟੀਜ਼ ਆਉਣੀਆਂ ਚਾਹੀਦੀਆਂ, ਪਰ ਬਾਏ ਚਾਂਸ ਕੁਝ ਐਜਾ ਪੁੱਛ ਲਿਆ ਜਿਹਦੇ ਬਾਰੇ ਤੁਹਾਨੂੰ ਕੁਝ ਪਤਾ ਹੀ ਨਹੀਂ, ਤਾਂ ਜੇ ਕੋਈ ਲੌਜੀਕ ਲਗਾ ਕੇ ਕੋਈ ਤੁੱਕਾ ਮਾਰਨ ਲੱਗੇ ਨਾ, ਜੇ ਐਂਡ ਆਪਸ਼ਨ ਤੁਹਾਡਾ ਤੁੱਕਾ ਹੋਇਆ ਤਾਂ ਤੁੱਕਾ ਡਿਸਲੈਕਸੀਆ ਦੇ ਮਾਰੀ ਹੋਊਗਾ, ਕਿ ਮੈਕਸਿਮਮ ਕੁਐਸਚਨ ਹਮੇਸ਼ਾ ਡਿਸਲੈਕਸੀਆ ਦੇ ਉੱਪਰ ਹੀ ਬਣਦਾ ਹੈ। ਕਲੀਅਰ? ਹੁਣ ਇਹਨੂੰ ਧਿਆਨ ਨਾਲ ਸਮਝੋ। ਇਹ ਪ੍ਰੋਬਲਮ ਤੁਹਾਨੂੰ ਕੁਐਸਚਨ ਪੇਪਰ ਜਾਣਨਾ ਹੁੰਦਾ ਹੈ ਕਿ ਡਿਸਲੈਕਸੀਆ ਦਾ ਸੰਬੰਧ ਕਿਹਦੇ ਨਾਲ ਹੈ, ਤਾਂ ਕਿਹਦੇ ਨਾਲ ਹੈ? ਰੀਡਿੰਗ ਡਿਸੇਬਿਲਿਟੀ ਨਾਲ, ਠੀਕ ਹੈ, ਜਾਂ ਰੀਡਿੰਗ ਡਿਸਆਰਡਰ ਨਾਲ। ਦੂਸਰੀ ਗੱਲ, ਕਈ ਵਾਰ ਪੇਪਰ ਦੇ ਵਿੱਚ ਨਾ ਰੀਡਿੰਗ ਡਿਸਆਰਡਰ ਆਪਸ਼ਨ 'ਚ ਨਹੀਂ ਹੁੰਦਾ, ਤਾਂ ਬੱਚੇ ਜੀ ਇਹਨੂੰ ਕੀ ਹੈ ਰਾਈਟਿੰਗ ਡਿਸਆਰਡਰ ਲਿਖ ਦਿੰਦੇ ਆ, ਬੱਚੇ ਜੀ ਇਹਨੂੰ ਕੋਈ ਹੋਰ ਲਿਖ ਦਿੰਦੇ। ਨਹੀਂ, ਜੇ ਰੀਡਿੰਗ ਡਿਸਆਰਡਰ ਆਪਸ਼ਨ 'ਚ ਨਾ ਹੋਇਆ ਤਾਂ ਆਪਸ਼ਨ ਦੇ ਵਿੱਚ ਕੀ ਹੋਏਗਾ? ਲਰਨਿੰਗ ਡਿਸੇਬਿਲਿਟੀ। ਧਿਆਨ ਰੱਖ ਲਿਓ ਉਸ ਚੀਜ਼ ਦਾ ਕਿ ਡਿਸਲੈਕਸੀਆ ਦਾ ਕੁਐਸਚਨ ਆਇਆ ਕਿ ਡਿਸਲੈਕਸੀਆ ਦਾ ਸੰਬੰਧ ਕਿਹਦੇ ਨਾਲ ਹੈ, ਤਾਂ ਉਹ ਕਿਹਦੇ ਨਾਲ ਹੈ? ਰੀਡਿੰਗ ਡਿਸਆਰਡਰ ਨਾਲ ਹੈ। ਜੇ ਰੀਡਿੰਗ ਡਿਸਆਰਡਰ ਆਪਸ਼ਨ ਦੇ ਵਿੱਚ ਨਾ ਹੋਇਆ ਤਾਂ ਆਪਸ਼ਨ ਦੇ ਵਿੱਚ ਤੁਹਾਡਾ ਕੀ ਹੋਏਗਾ? ਲਰਨਿੰਗ ਡਿਸੇਬਿਲਿਟੀ ਆਪਸ਼ਨ ਦੇ ਵਿੱਚ ਜ਼ਰੂਰ ਹੋਏਗਾ। ਚਲੋ ਹੋ ਗਿਆ। ਹੁਣ ਤੁਹਾਨੂੰ ਕੁਐਸਚਨ ਆ ਗਿਆ ਰੀਡਿੰਗ, ਤੁਹਾਨੂੰ ਇੱਕ ਵਾਰੀ ਕੁਐਸਚਨ ਆ ਜਾਂਦਾ ਹੈ। ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ, ਜਿਹੜਾ ਡਿਸਗ੍ਰਾਫੀ ਹੈ ਇਹ ਰਾਈਟਿੰਗ ਡਿਸਆਰਡਰ ਹੈ, ਇਹ ਕੀ ਲਿਖਣ ਸੰਬੰਧੀ ਪ੍ਰੋਬਲਮ ਹੈ, ਪਰ ਕੁਐਸਚਨ ਪੇਪਰ ਦੇ ਵਿੱਚ ਆਉਂਦਾ ਹੁੰਦਾ ਹੈ ਕਿ ਬੱਚਾ B ਨੂੰ
डी लिख रहा है, बच्चा बी ਨੂੰ डी लिख रहा है, ठीक है। तो ये केड़ी प्रॉब्लम है, तो बच्चे ना इतने कंफ्यूज हो जाते हैं कि जी लिखना आ गया दैट मींस प्रॉब्लम केड़ी है, डिस्ग्राफिया प्रॉब्लम है। तो बच्चे मैं तो पहला समझा रहा हां, ध्यान नाल समझ लो, ये प्रॉब्लम लर्निंग ये प्रॉब्लम जेडी है रीडिंग डिसऑर्डर ही है, पर जेकर बच्चा बी ਨੂੰ डी लिख रहा है, ठीक है, या बी ਨੂੰ डी पढ़ रहा है, तो दोनों सिचुएशंस दे विच बच्चे ਨੂੰ प्रॉब्लम केड़ी है, डिसलैक्सिया। मैं तैनूं प्रॉपर डिफरेंशिएट करूंगा कि डिसलैक्सिया ते डिस्ग्राफिया दे विच जे फर्क है तो की फर्क है, क्योंकि लिखने दे भी आंदा है, लिखन जो भी प्रॉब्लम आ रही है ना, तो बच्चा का कंफ्यूज हो जाएगा कि सर लिखने वाला लगावा कि पढ़ने वाला लगावा। तुसी तो क्या सीखा कि रीडिंग डिसऑर्डर है, ते ऑप्शन च लिखने वाला लिखा है, तो तुसी तां भी कह रहे हो कि आंसर डिसलैक्सिया आएगा। क्लियर? तो ध्यान नाल समझो मेरी गल नूं। आपां सब तो पहला की करदे हां, सुनदे हां, फिर आपां की करदे हां, बोलदे हां। स्पीकिंग, पहले लिसनिंग, फिर स्पीकिंग, फिर रीडिंग, फिर राइटिंग। इस तरह होंदा है, अपनी स्किल्स यही है। सब तो पहला सुनदे हां, सब तो पहला सुनदे हां, फिर बोलदे हां, फिर आपां पढ़दे हां, फिर आपां लिखदे हां। हुण एक चीज देखो कि जेकर ये कहंदे कि बच्चे नूं पढ़न संबंधी दिक्कत है, तो ऑब्वियस है बच्चा जिवें पढ़ेगा लिखेगा भी तो उवें ही ना, ठीक है। हुण जे मैं बॉल नूं वॉल वॉल लिखूंगा तो वॉल ही लिखूंगा ना मैं। जे मैं बॉल जिहड़ी हैगी है, बॉल नूं मैं वॉल लिखूं बोलूंगा तो लिखूंगा भी तो वॉल ही ना, समझ गए। तो दैट मींस हुण इहदे विच प्रॉब्लम मेरी लिखण दी प्रॉब्लम नहीं हैगी, इहदे विच मेरी लिखण दी कोई प्रॉब्लम नहीं हैगी। इहदे विच प्रॉब्लम की है कि मैं पढ़िया गलत सी, मैं चीज नूं गलत पढ़िया सीगा, जिस करके मैं लिखिया भी गलत, ठीक है। तो वो प्रॉब्लम का संबंध किहदे नाल आएगा, साडा डिसलैक्सिया नाल आएगा। किहदे नाल संबंधित होएगी वो प्रॉब्लम, डिसलैक्सिया नाल होएगी, जिहदे विच आपां किहदी गल करांगे, रीडिंग डिसऑर्डर। तो हुण जे क्वेश्चन आएगा कि बच्चा बी ਨੂੰ डी लिख रहा है, या बच्चा जिहड़ा हैगा W ਨੂੰ M लिख रहा है, ठीक है, ਜਾਂ M पढ़ रहा है, तो दैट मींस वो प्रॉब्लम केड़ी है तुहाडी, डिसलैक्सिया। चलो सेकंड, डिसनोमिया। डिसनोमिया का मतलब क्या है, मेमोरी प्रॉब्लम। डिसनोमिया का मतलब क्या है, मेमोरी प्रॉब्लम। ये बेसिकली प्रॉब्लम है ना, ये पहला बजुर्गों के विच आपां कहने कि प्रॉब्लम ज्यादा होंदी सी, पर आजकल दे नौजवानों के विच भी प्रॉब्लम आ रही है। हुण डिसनोमिया का मतलब की है, डिसनोमिया का मतलब की है कि वार-वार कोई चीज करी जाना, खाना खा लिया कि नहीं खा लिया, वारी-वारी गेट चेक करी जाना, भुल गया कोई चीज जिहड़ी हैगी है, भुल गया कि क्या सी, कितना कि नहीं कितना, खाना खा लिया कि नहीं खा लिया, वो प्रॉब्लम जे किसी ਨੂੰ हैगी है, तो वो प्रॉब्लम केड़ी है, डिसनोमिया। देखो नाम तो क्लियर हो जाएगा, इहदे विच कोई कंफ्यूजन नहीं होएगी तानू, कि नाम तो तानू क्लियर हो जाएगा कि जी डिसनोमिया आ गया, दैट मींस किहदी प्रॉब्लम है, मेमोरी प्रॉब्लम है। क्लियर, सिंपल है वाला। थर्ड दे विच देखो थोड़ी जी कंफ्यूजन थर्ड दे विच हुंदी है, वो समझ लो कि थर्ड दे विच प्रॉब्लम किस तरह नाम आंदी है। थर्ड है डिसकैलकुलिया, मतलब किहदे विच प्रॉब्लम है, किहदे विच प्रॉब्लम होएगी, कैलकुलेशंस दे विच होएगी। क्लियर? तो कैलकुलेशंस दे विच प्रॉब्लम होएगी, मतलब कैलकुलेशन दे मैथड्स दे विच प्रॉब्लम होएगी। किंदे विच प्रॉब्लम होएगी, कैलकुलेशन दे मैथड दे विच बच्चे ਨੂੰ प्रॉब्लम होएगी। ਹੁਣ ਇੱਥੇ ਬੱਚਾ ਗਲਤੀ ਕੀ ਕਰਦਾ ਹੈ ਕਿ ਡਿਸਕੈਲਕੁਲੀਆ ਦੇ ਵਿੱਚ ਨਾ ਸਿਰਫ ਨੰਬਰਸ ਦੇਖਦਾ ਹੈ, ਉਹ ਬਹੁਤ ਵੱਡੀ ਗਲਤੀ ਹੈ। ਜਿਹੜਾ ਬੱਚਾ ਸਿਰਫ ਨੰਬਰ ਦੇਖਦਾ ਹੈ, ਪੇਪਰ ਦੇ ਵਿੱਚ ਇੱਕ ਕੁਐਸਚਨ ਆਣਾ ਹੁੰਦਾ ਹੈ ਕਿ ਬੱਚਾ 16 ਨੂੰ 61 ਲਿਖ ਰਿਹਾ ਹੈ, ਤਾਂ ਇਹਦਾ ਸੰਬੰਧ ਕਿਹਦੇ ਨਾਲ ਹੈ। ਤਾਂ ਬਹੁਤੇ ਬੱਚੇ ਫਟਾਫਟ ਆਨਸਰ ਲਗਾ ਦਿੰਦੇ ਆ, ਨੰਬਰ ਆ ਗਿਆ ਜੀ, ਮੈਥ ਦਾ ਕੁਐਸਚਨ ਆ ਗਿਆ, ਆਨਸਰ ਕੀ ਹੈ, ਡਿਸਕੈਲਕੁਲੀਆ। ਤੇ 100% ਹੈ ਆਪਸ਼ਨਸ ਡਿਸਕੈਲਕੁਲੀਆ ਆਪਸ਼ਨ ਪੇਪਰ ਦੇ ਵਿੱਚ ਹੋਏਗੀ, ਉਸ ਆਪਸ਼ਨ ਦੇ ਵਿੱਚ ਡਿਸਕੈਲਕੁਲੀਆ ਆਪਸ਼ਨ ਹੋਏਗੀ ਹੀ ਹੋਏਗੀ, ठीक है। तो जो डिसकैलकुलिया आ रहा है बच्चे, एक ही है, ये डिसकैलकुलिया दी प्रॉब्लम नहीं हैगी। ये कादी प्रॉब्लम आ रही है बच्चे नु, ये प्रॉब्लम कादी है, डिसलैक्सिया दी है, ठीक है। तो ਇਹਦਾ मतलब मेरा कहने ਦਾ समझाने ਦਾ मतलब ਕੀ ਸੀਗਾ ਕਿ ਸਿਰਫ ਨੰਬਰਸ ਨੂੰ ਦੇਖ ਕੇ ਆਪਾਂ ਡਿਸਕੈਲਕੁਲੀਆ ਨਹੀਂ ਲਗਾਣਾ। ਡਿਸਕੈਲਕੁਲੀਆ ਦੇ ਵਿੱਚ ਐਕਚੁਅਲ ਪ੍ਰੋਬਲਮ ਬੱਚੇ ਨੂੰ ਕਿੱਥੇ ਹੈ, ਕੈਲਕੂਲੇਸ਼ਨਸ ਦੇ ਵਿੱਚ ਹੈ। ਐਕਚੁਅਲ ਪ੍ਰੋਬਲਮ ਬੱਚੇ ਨੂੰ ਕਿੱਥੇ ਹੈ, ਮੈਥਡੋਲੋਜੀ ਦੇ ਵਿੱਚ ਹੈ, ਮੈਥਡਸ ਦੇ ਵਿੱਚ ਹੈ। ਉਹਨੂੰ ਸਮਝ ਨਹੀਂ ਆ ਰਿਹਾ, ਉਹਨੂੰ ਕੀ ਸਮਝ ਨਹੀਂ ਆ ਰਿਹਾ, ਦੇਖੋ ਧਿਆਨ ਨਾਲ, ਉਹਨੂੰ ਸਮਝ ਨਹੀਂ ਆ ਰਿਹਾ ਕਿ 4 ਗੁਣਾ 2 ਮੈਂ 6 ਕਿਉਂ ਨਹੀਂ ਲਿਖ ਸਕਦਾ। ਉਹਨੂੰ ਸਮਝ ਨਹੀਂ ਆ ਰਿਹਾ ਕਿ ਮੈਂ 4 ਭਾਗ 2 8 ਕਿਉਂ ਨਹੀਂ ਲਿਖ ਸਕਦਾ। ਉਹਨੂੰ ਸਮਝ ਨਹੀਂ ਆ ਰਿਹਾ ਕਿ ਮੈਂ 3 + 2 1 ਕਿਉਂ ਨਹੀਂ ਲਿਖ ਸਕਦਾ, ਠੀਕ ਹੈ। ਉਹਨੂੰ ਆ ਸਾਈਨ, ਉਹਨੂੰ ਆ ਮੈਥਡ, ਕਿਹੜਾ ਮੈਥਡ ਫੋਲੋ ਹੋ ਰਿਹਾ, ਕਿਹੜਾ ਮੈਥਡ ਲੱਗੇਗਾ, ਉਹਨੂੰ ਬੇਸਿਕਲੀ ਮੈਥਡ ਸਮਝ ਨਹੀਂ ਆ ਰਹੇ। फिर आप कहांगे कि बच्चे ਨੂੰ प्रॉब्लम केड़ी है, डिसकैलकुलिया ਦੀ प्रॉब्लम है, ना कि बच्चा 17 ਨੂੰ 71 लिख रहा है। ਤਾਂ ਉਹ ਸਾਰੀ प्रॉब्लम बच्चे ਕਿਹਦੇ ਵਿੱਚ ਆਏਗੀ, डिसलैक्सिया ਦੇ ਵਿੱਚ ਹੀ ਆਏਗੀ। नेक्स्ट
नेक्स्ट है डिस्प्रैक्सिया, ठीक है, इन्हों की बोलांगे फाइन मोटर स्किल डिसऑर्डर। देखो ਜਦੋਂ ਵੀ ਆਪਾਂ ਸਕਿਲਸ ਦੀ ਗੱਲ ਕਰਦੇ ਆ ਨਾ, ਆਪਾਂ ਫਿਜ਼ੀਕਲ ਸਕਿਲਸ ਦੀ ਗੱਲ ਕਰਦੇ ਆ, ਤਾਂ ਆਪਣੇ ਕੋਲ ਦੋ ਤਰ੍ਹਾਂ ਦੇ ਆਉਂਦੇ ਆ ਫੰਕਸ਼ਨਸ। ਇੱਕ ਜਿਹੜੇ ਆਉਂਦੇ ਆ, ਇੱਕ ਆਉਂਦੇ ਆ ਫਾਈਨ ਮੋਟਰ ਸਕਿਲਸ ਆਉਂਦੀਆਂ ਇੱਕ ਆਪਣੇ ਕੋਲ, ਦੂਸਰੀਆਂ ਕਿਹੜੀਆਂ ਆਉਂਦੀਆਂ ਮੇਰੇ ਕੋਲ ਗ੍ਰੋਸ ਮੋਟਰ। ਠੀਕ ਹੈ, ਦੋ ਤਰ੍ਹਾਂ ਦੇ ਸਕਿਲਸ ਆਉਂਦੀਆਂ पेपर ਦੇ ਵਿੱਚ, ਇਹਦੇ ਨਾਲ ਜਿਹੜਾ ਕੁਐਸਚਨ ਪੁੱਛਿਆ ਜਾਂਦਾ ਹੈ। ठीक है, पंजाबी देख लियो, पंजाबी की है, दो तरह के स्किल्स अपने को बेसिकली आंदी है सामने कि फाइन मोटर ते ग्रोस मोटर स्किल्स। हुन फाइन मोटर स्किल्स ਜਿਹੜੀਆਂ ਹੁੰਦੀਆਂ, देखो फाइन मोटर स्किल्स मतलब ਜਿਹਦੇ ਵਿੱਚ ਮੇਰੀਆਂ ਆ ਚੀਜ਼ਾਂ ਮੇਰੀਆਂ ਜਿਹੜੀਆਂ ਹੈਗੀਆਂ ਵਰਕ ਕਰ ਰਹੀਆਂ, ਜਿਹਦੇ ਵਿੱਚ ਮੈਂ ਇਹਨਾਂ ਪੰਜਾਂ ਉਂਗਲਾਂ ਦਾ ਜਿਹੜਾ ਯੂਜ਼ ਕਰ ਰਿਹਾ, ਜਿਹਦੇ ਵਿੱਚ ਜਿਹੜਾ ਮੈਂ ਕ੍ਰੀਏਟੀਵਿਟੀ ਲਈ ਬਰੀਕੀ ਕੰਮਾਂ ਦੇ ਲਈ ਜਿਹੜੀ ਚੀਜ਼ਾਂ ਦਾ ਮੈਂ ਯੂਜ਼ ਕਰ ਰਿਹਾ। ਠੀਕ ਹੈ, ਜਿਵੇਂ ਲਿਖਣਾ, ਲਿਖ ਰਿਹਾ ਨਾ ਜਿਹਨਾਂ, ਜਿਵੇਂ ਲਿਖਣਾ, पकड़ना किसी चीज ਨੂੰ, ਪਹੁੰਚਣਾ ਕਿਸੇ ਚੀਜ਼ ਤੱਕ, ਠੀਕ ਹੈ ਨਾ, ਉਹ ਸਾਰਾ ਕੁਝ ਮੇਰਾ ਕੀ ਆਏਗਾ ਫਾਈਨ ਮੋਟਰ। ਸਿੰਪਲ ਸਮਝ ਲਿਓ, ਜਿਹਦੇ ਵਿੱਚ ਮੇਰੀਆਂ ਆ ਚੀਜ਼ਾਂ, ਉਹ ਦੇਖੋ ਜੇ ਮੈਂ ਪੈਨ ਪਕੜਨਾ ਹੈ ਤਾਂ ਮੈਨੂੰ ਆ ਪ੍ਰੋਪਰ ਮੇਰਾ ਘੱਟੋ ਘੱਟ ਦੋ ਤਾਂ ਹੋਣਾ ਚਾਹੀਦਾ ਨਾ, ਇਹ ਦੋਵੇਂ ਆਪਸ ਵਿੱਚ ਮਿਲ ਕੇ ਕੰਮ ਕਰਨਗੇ ਤਾਂ ਪੈਨ ਪਕੜੀਚੇਗਾ। ਠੀਕ ਹੈ ਨਾ, ਤਾਂ ਕੀ ਮੈਂ ਇੱਕ ਉਂਗਲ ਨਾਲ ਪੈਨ ਚੱਕ ਲਵਾਂ? ਨਹੀਂ ਚੱਕ ਸਕਦਾ। ਤਾਂ ਇਹ ਮੇਰੀ ਕਿਹੜੀ ਪ੍ਰੋਬਲਮ ਹੈ? ਇਹ ਕੀ ਹੈ ਮੇਰਾ, ਜੇ ਮੈਂ ਨਹੀਂ ਚੱਕ ਪਾ ਰਿਹਾ ਤਾਂ ਕੀ ਹੈ ਮੇਰੀ ਫਾਈਨ ਮੋਟਰ ਸਕਿਲਸ ਪ੍ਰੋਬਲਮ ਹੈ। ग्रोस मोटर का मतलब ਕੀ ਹੁੰਦਾ ਹੈ? ਉਹ ਚੀਜ਼ ਜਿਹਦੇ ਵਿੱਚ ਮੇਰੀ ਪੂਰੀ ਦੀ ਪੂਰੀ ਬਾਡੀ ਇਨਵੋਲਵ, ਜਿਹਦੇ ਵਿੱਚ ਮੇਰਾ ਪੂਰਾ ਦਾ ਪੂਰਾ ਬਾਡੀ ਇਨਵੋਲਵ ਹੁੰਦੀ ਹੈ, ਜਿਹਦੇ ਵਿੱਚ ਮੇਰਾ ਪੂਰੇ ਮੇਰਾ ਸਰੀਰ ਦੇ ਸਾਰੇ ਪਾਰਟਸ ਇਨਵੋਲਵ ਹੁੰਦੇ ਆ, ਉਹ ਮੇਰੇ ਕਿਹੜੀ ਸਕਿਲਸ ਹੈ? ਗ੍ਰੋਸ ਮੋਟਰ ਸਕਿਲਸ। ਤਾਂ ਯਾਦ ਰੱਖਿਓ ਬੱਚੇ, ਡਿਸਪ੍ਰੈਕਸੀਆ, ਜਿਹੜਾ ਡਿਸਪ੍ਰੈਕਸੀਆ ਹੈਗਾ ਇਹਦੇ ਵਿੱਚ ਜਿਹੜਾ ਹੈਗਾ ਗ੍ਰੋਸ ਮੋਟਰ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਓਨਲੀ ਪ੍ਰੋਬਲਮ ਕਿੱਥੇ ਹੈ? फाइन मोटर। मतलब इन शॉर्ट जो मैं तुहानू समझावां तो आ चीजां मिल के काम नहीं कर पा रही। पेपर च क्वेश्चन आया हुआ एक बारी कि हेठलिखियां विचों किस दा संबंध जिहड़ा है फाइन मोटर स्किल नाल है। ठीक है, ऑप्शन लिखा हुआ है भजना, ठीक है, तुरना, भजना, उठना ते लिखना। तो आंसर क्या है बच्चे? लिखना। मैं तुहानू सारे एमसीक्यूज कराऊंगा, मैं बहुत जल्द मतलब विद इन 2 to 3 डेज दे विच असीं पहले चैप्टर लग जाएंगे, जिन्ने चैप्टर हो चुके हैं जिहड़े मैं तुहानू करवा चुका है, ठीक है, जां मैं 2 दिनां 3 दिनां तक तुहानू करवा दांगा, तो वो सारे चैप्टर दे एमसीक्यूज 1 बाय 1 मैं तुहानू डिस्कस करवाऊंगा। जो एमसीक्यूज है आपां एमसीक्यूज दे विच सिर्फ आपां ओहदे आंसर नहीं लभांगे, आपां नाल समझांगे कि आंसर आया तां क्यों है। क्लियर हो गया डिस्प्रैक्सिया। हुण एक बड़ा अलग जिहा क्वेश्चन पेपर दे विच आया होया सीगा, मैं एक पेपर दे पढ़िया सीगा कि पेपर च क्वेश्चन लिखा सीगा हेठलिखे विचों किस दा संबंध लर्निंग डिसेबिलिटी नाल नहीं है। दोबारा सुनो, क्वेश्चन क्या आया सीगा? हेठलिखे विचों किस दा संबंध लर्निंग डिसेबिलिटी नाल नहीं है। तो ऑप्शंस क्या आया सीगा? पहली ऑप्शन सी डिसलेक्सिया, सेकंड ऑप्शन सी डिसकैल्कुलिया, थर्ड ऑप्शन सी डिसग्राफिया, फोर्थ ऑप्शन सी डिस्प्रैक्सिया। किसी का डिस्प्रैक्सिया। हुण देखो, हुण तुसीं कहोगे सर ਇਹਦਾ ਤੁਸੀਂ ਚਾਰੋਂ ਹੀ ਕਰਵਾएंगे ਸਾਨੂੰ, ਇਹ ਚਾਰਾਂ ਸੰਬੰਧੀ ਕਿਹਦੇ ਨਾਲ ਹੈ? ਲਰਨਿੰਗ ਡਿਸੇਬਿਲਿਟੀ ਨਾਲ ਹੈ। ਪਰ ਬੱਚੇ ਮੈਂ ਤੁਹਾਨੂੰ ਫੇਰ ਕਹਿ ਰਿਹਾ, ਇਹ ਸਾਈਕੋਲੋਜੀ ਹੈ। ਜਿਹੜੇ ਬੱਚਿਆਂ ਦੇ ਮੈਸੇਜ ਆਉਂਦੇ ਨਾ ਕਿ ਸਰ ਸਾਨੂੰ ਓਨਲੀ ਨੋਟਸ ਪ੍ਰੋਵਾਈਡ ਕਰ ਦਿਓ, ਸਾਨੂੰ ਓਨਲੀ ਨੋਟਸ ਦੇ ਦਿਓ ਜੀ, ਅਸੀਂ ਨੋਟਸ ਪੜ੍ਹ ਲਾਂਗੇ, ਤਾਂ ਬੁੱਕਸ ਬਹੁਤ ਪਈਆਂ ਬੱਚਿਓ, ਪੜ੍ਹ ਲਓ। ਠੀਕ, ਸਾਈਕੋਲੋਜੀ ਅੰਡਰਸਟੈਂਡਿੰਗ ਬੇਸ ਹੈ। ਤੁਹਾਡੀ ਅੰਡਰਸਟੈਂਡਿੰਗ ਜੇ ਤੁਸੀਂ ਪ੍ਰੋਪਰ ਗੱਲ ਨੂੰ ਅੰਡਰਸਟੈਂਡ ਕਰੋਗੇ ਕਿ ਉਹਨੇ ਕੀ ਪੁੱਛਿਆ ਹੈ, ਕਿਵੇਂ ਪੁੱਛਿਆ ਹੈ, ਕਿਉਂ ਪੁੱਛਿਆ ਹੈ, ਠੀਕ ਹੈ, ਤੇ ਆ ਨਹੀਂ ਆਇਆ ਤਾਂ ਕਿਉਂ ਅਗਲਾ ਨਹੀਂ ਆਇਆ, ਤਾਂ ਹੀ ਤੁਸੀਂ ਸਮਝ ਪਾਓਗੇ ਕਿ ਸਾਈਕੋਲੋਜੀ ਵਿੱਚ ਪੁੱਛਿਆ ਕੀ ਜਾ ਰਿਹਾ ਹੈ। ਠੀਕ ਹੈ, ਤਾਂ ਹੁਣ ਦੇਖੋ ਇਹਦੇ ਵਿੱਚ ਬੈਟਰ ਆਪਸ਼ਨ ਕੀ ਨਿਕਲ ਕੇ ਆਏਗੀ, ਕਿਉਂਕਿ ਇਹ ਕਿਤੇ ਨਾ ਕਿਤੇ ਸੰਬੰਧਿਤ ਹੈ ਫਿਜ਼ੀਕਲ ਐਕਟੀਵਿਟੀਜ਼ ਨਾਲ ਸੰਬੰਧਿਤ ਹੈ ਨਾ, ਤਾਂ ਉਹਨਾਂ ਇਹਦਾ ਮਤਲਬ ਜਿਹੜਾ ਪੇਪਰ ਚੈੱਕਰ ਹੈ, ਉਹਨੇ ਜਿਹੜਾ ਪੇਪਰ ਕੰਡਕਟ ਕਰਨ ਵਾਲਾ ਬੰਦਾ ਹੈ ਜਾਂ ਜਿਹਨੇ ਪੇਪਰ ਲਿਖਿਆ, ਕੁਐਸਚਨਸ ਲਿਖਿਆ ਹੈ, ਉਹਨੇ ਇਹਨੂੰ ਕਿਹਦੇ ਵਿੱਚ ਗਿਣਤਾ? ਫਿਜ਼ੀਕਲ। ਤਾਂ ਮੈਂ ਇਹਨੂੰ ਅਲੱਗ ਕਰਨਾ ਹੋਇਆ ਤਾਂ ਮੈਂ ਇਹਨੂੰ ਅਲੱਗ ਵੀ ਕਰ ਸਕਦਾ। ਤਾਂ ਇਹ ਚੀਜ਼ਾਂ ਦਿਮਾਗ 'ਚ ਰੱਖਿਓ ਕਿ ਕਿਵੇਂ ਕਿਹੜਾ ਆਨਸਰ ਆਏਗਾ, ਕਦੋਂ ਕਿਹੜਾ ਆਨਸਰ ਆਏਗਾ, ਕਿਵੇਂ ਇੰਪਲੀਮੈਂਟ ਕਰੂੰਗਾ, ਕਿਵੇਂ ਨਹੀਂ ਇੰਪਲੀਮੈਂਟ ਕਰੂੰਗਾ। क्लियर? तो ओके हो गया डिस्प्रैक्सिया। हुन सब तो ज्यादा कंफ्यूजन बच्चे इत्थे भी करते हैं, क्रिएट करते हैं कि डिस्प्रैक्सिया ते डिस्फेजिया, डिस्प्रैक्सिया ते डिस्फेजिया दे विच बड़ी कंफ्यूजन क्रिएट कर लेंदे हैं। ठीक है, उन्हें सेम समझ आते हैं या फर्क समझ आते हैं, तो क्लियर समझ लो बच्चे, डिस्प्रैक्सिया फाइन मोटर स्किल नाल संबंधी प्रॉब्लम है, जेडी डिस्फेजिया है ये केड़ी प्रॉब्लम है? लैंग्वेज प्रॉब्लम है। केड़ी प्रॉब्लम है? लैंग्वेज प्रॉब्लम कह सकते हो या कम्युनिकेशन प्रॉब्लम कह सकते हो। ठीक है, ਹੁਣ ਡਿਸਫੇਜ਼ੀਆ ਦਾ ਮਤਲਬ ਕੀ ਹੁੰਦਾ ਹੈ ਕਿ ਕੋਈ ਪਰਸਨ ਨੂੰ ਲੈਂਗੁਏਜ ਪ੍ਰੋਬਲਮ ਹੈ ਜਾਂ ਕਮਿਊਨੀਕੇਸ਼ਨ ਪ੍ਰੋਬਲਮ ਹੈ, ਉਹ ਆਪਣੀ ਗੱਲ ਜਿਹੜੀ ਹੈਗੀ ਹੈ, ਉਹ ਆਪਣੀ ਗੱਲ ਜਿਹੜੀ ਹੈ ਉਹ ਦੂਸਰਿਆਂ ਤੱਕ ਪ੍ਰੋਪਰਲੀ ਰੱਖ ਨਹੀਂ ਪਾ ਰਿਹਾ ਤੇ ਦੂਸਰਿਆਂ ਦੀ ਗੱਲ ਪ੍ਰੋਪਰਲੀ ਸਮਝ ਨਹੀਂ ਪਾ ਰਿਹਾ। ਦੈਟ ਮੀਨਸ ਉਹਨੂੰ ਕਿਹੜੀ ਪ੍ਰੋਬਲਮ ਹੈ? ਡਿਸਫੇਜ਼ੀਆ।
मैं फिर कह रहा डिस्प्रैक्सिया ते डिस्पेजिया दे विच कंफ्यूजन क्रिएट ना करियो, कंफ्यूज ना होइयो, क्योंकि याद रखियो डिस्प्रैक्सिया रिलेटेड है फाइन मोटर्स नाल ते डिस्पेजिया रिलेटेड किदे नाल हैगी है लैंग्वेज डिसऑर्डर नाल जां कम्युनिकेशन प्रॉब्लम। क्लियर? नेक्स्ट रह गया वेरी इंपॉर्टेंट डिस्ग्राफिया, जेड़ा अपन लास्ट ते लिख रहे हां। ठीक है, मैं इन्हों रब करना तुहाडा। हाँ जी, नेक्स्ट अपन गल कर रहे हैं डिस्ग्राफिया। बच्चे ध्यान ਨਾਲ ਸਮਝੋ ਦੋਵਾਂ ਦਾ ਡਿਫਰੈਂਸ ਹੁਣ ਤੁਹਾਨੂੰ ਕਲੀਅਰ ਹੋ ਜਾਏਗਾ ਕਿ ਜੀ ਡਿਸਗ੍ਰਾਫੀਆ ਤੇ ਡਿਸਲੈਕਸੀਆ ਦੇ ਵਿੱਚ ਕੀ ਫਰਕ ਹੈ, ਮੈਂ ਕਿਵੇਂ ਡਿਫਰੈਂਸ਼ੀਏਟ ਕਰ ਸਕਦਾ ਇਹਨਾਂ ਦੋਨਾਂ। ਹੁਣ ਡਿਸਲੈਕਸੀਆ ਦੇ ਵਿੱਚ ਤਾਂ ਮੈਂ ਕੀ ਕਿਹਾ ਸੀਗਾ ਕਿ ਰੀਡਿੰਗ ਡਿਸਆਰਡਰ ਹੈ, ਪੜ੍ਹਨ 'ਚ ਦਿੱਕਤ ਆ ਰਹੀ ਹੈ ਜਿਹਦੇ ਕਰਕੇ ਲਿਖਣ ਵੀ ਗਲਤ ਰਹੇ। ਪਰ ਡਿਸਗ੍ਰਾਫੀਆ ਦੇ ਵਿੱਚ ਕੀ ਹੈ, ਬੱਚੇ ਨੂੰ ਰਾਈਟਿੰਗ ਡਿਸਆਰਡਰ ਹੈ। ਹੁਣ ਫਰਕ ਕੀ ਹੈ ਬੱਚੇ ਇਹਦੇ ਵਿੱਚ ਉਹਨੂੰ ਜਿਹੜਾ ਹੈਗਾ ਡਿਸਲੈਕਸੀਆ ਦੇ ਵਿੱਚ ਬੱਚੇ ਨੂੰ ਵਰਡ ਫਾਰਮੇਸ਼ਨ ਪਤਾ ਹੈ, ਇਹਦੇ ਵਿੱਚ ਉਹਨੂੰ ਵਰਡ ਫਾਰਮੇਸ਼ਨ ਪਤਾ ਹੈ ਕਿ ਵਰਡ ਪੈਂਦਾ ਕਿਵੇਂ, ਸਿਰਫ ਉਹ ਪੜ੍ਹ ਗਲਤ ਰਿਹਾ ਤਾਂ ਲਿਖੀ ਗਲਤ ਹੁੰਦਾ ਹੈ। ਪਰ ਜਿਹੜਾ ਡਿਸਗ੍ਰਾਫੀਆ ਹੈਗਾ ਇਹਦੇ ਵਿੱਚ ਬੱਚੇ ਨੂੰ ਵਰਡ ਫਾਰਮੇਸ਼ਨ ਹੀ ਨਹੀਂ ਪਤਾ, ਇਹਦੇ ਬੱਚੇ ਨੂੰ ਪਤਾ ਹੀ ਨਹੀਂ ਕਿ ਵਰਡ ਪੈਂਦਾ ਕਿਵੇਂ ਹੈ। ਠੀਕ ਹੈ, ਇਹਦੇ ਬੱਚੇ ਨੂੰ ਪਤਾ ਹੀ ਨਹੀਂ ਕਿ ਦੋਵਾਂ ਦੇ ਵਿਚਕਾਰ ਕਿੰਨੀ ਸਪੇਸ ਹੋਏਗੀ, ਕਿੱਥੇ ਫੁੱਲ ਸਟਾਪ ਲਗਾਣਾ ਹੈ, ਕਿੱਥੇ ਕੋਮਾ ਲਗਾਣਾ ਹੈ। ਠੀਕ ਹੈ, ਕਿੱਥੇ ਫੁੱਲ ਸਟਾਪ ਲਗਾਣਾ ਹੈ, ਕੋਮਾ ਲਗਾਣਾ ਹੈ, ਉਹਨੂੰ ਕੁਝ ਨਹੀਂ ਪਤਾ। ਠੀਕ ਹੈ, ਉਹ ਜਸਟ ਕੀ ਕਰ ਰਿਹਾ ਹੈ, ਉਹਨੂੰ ਕੀ ਹੈ ਸਿਰਫ ਲਿਖ ਰਿਹਾ। ਜਿਵੇਂ ਮੈਂ ਤੁਹਾਨੂੰ ਕਹਾਂ ਦੇਖੋ, मैं को बच्चे ने कहा कि जी मेरा नाम लिखो, तो उन्हें की लिखता मेरा नाम लिखता, क्योंकि उन्हें प्रॉपर वर्ड फॉर्मेशन पता ही नहीं, उन्हें पता ही नहीं कि दो शब्दों के बीच कितना गैप होना चाहिए, उन्हें पता ही नहीं कित्थे रुकना है कित्थे नहीं रुकना, उन्हें कुछ नहीं पता। तो वो प्रॉब्लम केड़ी होएगी डिस्ग्राफिया। हुण देखो इत्थों की उन्हें लिखाई समझ आ रही है कुछ नहीं, तो पुअर हैंडराइटिंग होएगी इन्हां दी, पुअर हैंडराइटिंग होएगी, वर्ड फॉर्मेशन इन्हां नूं नहीं पता होएगी, वर्ड दा स्ट्रक्चर नहीं पता होएगा, इन्हां नूं कोमे फुल स्टॉप दा नहीं पता होएगा। ठीक है, इन्हां नूं दो शब्दां दे विचकारले स्पेस दा नहीं पता होएगा। तो वो सारी प्रॉब्लम केड़ी है डिस्ग्राफिया, केड़ी प्रॉब्लम है वो डिस्ग्राफिया दी। हुण देखो इहदे च बच्चे नूं फॉर्मेशन दा पता है ना, B नूं D पा रहा है, 16 नूं 61 पा रहा है, ਤਾਂ ਉਹਨੂੰ ਵਰਡ ਦੀ ਫਾਰਮੇਸ਼ਨ ਤਾਂ ਪਤਾ ਹੈ, ਪਰ ਬੱਚਾ ਜਿਹੜਾ ਹੈਗਾ ਪੜ੍ਹ ਗਲਤ ਰਿਹਾ ਜਿਹਦੇ ਕਰਕੇ ਲਿਖ ਗਲਤ ਰਿਹਾ। ਪਰ ਇਹਦੇ ਵਿੱਚ ਬੱਚੇ ਨੂੰ ਵਰਡ ਦੀ ਫਾਰਮੇਸ਼ਨ ਹੀ ਨਹੀਂ ਪਤਾ। ਇਹ ਸੀ ਆਪਣੀਆਂ ਸਾਰੀਆਂ ਲਰਨਿੰਗ ਡਿਸੇਬਿਲਿਟੀਜ਼। ਠੀਕ ਹੈ, ਅੱਜ ਆਪਾਂ ਚਿਲਡਰਨ ਵਿਦ ਸਪੈਸ਼ਲ ਨੀਡਸ ਦਾ ਇੱਕ ਪਾਰਟ ਕਰ ਲਿਆ, ਜਿਹਦੇ ਵਿੱਚ ਆਪਾਂ ਗੱਲ ਕੀਤੀ ਅੱਜ ਲਰਨਿੰਗ ਡਿਸੇਬਿਲਿਟੀਜ਼ ਦੇ ਪੂਰੇ ਕਨਸੈਪਟ ਨੂੰ। ਅਗਲੇ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਕੀ ਕਹਣਾ ਹੈ, ਸਾਰੀਆਂ ਫਿਜ਼ੀਕਲ ਡਿਸੇਬਿਲਿਟੀਜ਼ ਜਿਹੜੀਆਂ ਇਹਦੇ ਨਾਲ ਰਿਲੇਟਡ ਹੈਗੀਆਂ, ਉਸ ਤੋਂ ਇਲਾਵਾ ਕੁਝ ਫੋਬੀਆਜ਼ ਕਰਾਂਗੇ ਆਪਾਂ, ਕੁਝ ਜਿਹੜੇ ਹੈਗੇ ਆ ਨੈਸ਼ਨਲ ਇੰਸਟੀਚਿਊਟ ਬਾਰੇ ਸਮਝਾਂਗੇ ਤੇ ਕੁਝ ਜਿਹੜੇ ਹੈਗੇ ਆ ਐਮਆਰ ਦੇ ਪਾਰਟਸ ਬਾਰੇ ਸਮਝਾਂਗੇ। ਠੀਕ ਹੈ, ਇੰਪੋਰਟੈਂਟ ਹੈ ਪੇਪਰ ਦੇ ਵਿੱਚ ਇਹ ਟਾਈਪਸ ਐਮਆਰ ਕੀ ਹੈ, ਠੀਕ ਹੈ, ਹੀਅਰਿੰਗ ਇੰਪੇਅਰਮੈਂਟ ਕੀ ਹੈ, ਕਿਵੇਂ ਮਾਪਾਂਗੇ, ਇਹ ਕੁਐਸਚਨਸ ਆਉਣ ਦੇ ਕਾਫੀ ਚਾਂਸ ਹੈ। ਥੈਂਕ ਯੂ ਸਟੂਡੈਂਟ, ਸਾਡੇ ਇਸ ਗਰੁੱਪ ਦੇ ਨਾਲ ਜੁੜੇ ਰਹੋ, ਸਾਡੇ ਚੈਨਲ ਦੇ ਨਾਲ ਜੁੜੇ ਰਹੋ। ਜਿਹੜੇ ਬੱਚਿਆਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰੋ। ਜੇ ਤੁਹਾਨੂੰ ਲੱਗ ਰਿਹਾ ਕਿ ਅਸੀਂ ਤੁਹਾਡੇ ਲਈ ਮਿਹਨਤ ਕਰ ਰਹੇ ਹਾਂ, ਸਾਡਾ ਲੈਕਚਰ ਤੁਹਾਡੇ ਲਈ ਬੈਨੀਫੀਸ਼ੀਅਲ ਹੋ ਰਿਹਾ ਹੈ, ਤਾਂ ਪਲੀਜ਼ ਲਾਈਕ ਵੀ ਕਰੋ, ਕਮੈਂਟਸ ਕਰੋ, ਸ਼ੇਅਰ ਕਰੋ। ਹਰੇਕ ਬੱਚੇ ਜੋ ਤੁਹਾਡੇ ਗਰੁੱਪ ਦੇ ਵਿੱਚ ਨਾਲ ਰਿਲੇਟਡ ਬੱਚੇ ਹੈਗੇ ਆ ਉਹਨਾਂ ਤੱਕ ਸਾਡਾ ਲੈਕਚਰ ਪਹੁੰਚਾਉਣ ਦੀ ਕੋਸ਼ਿਸ਼ ਕਰੋ। ਥੈਂਕ ਯੂ ਵੈਰੀ ਮਚ।